ਸਾਨੂੰ ਡਰ ਹੈ ਵਿਕਰਮ ਜੀ ਦੀ ਜਾਨ ਦਾ, ਉਹਨਾਂ ਦੀ ਜਾਨ ਨੂੰ ਖਤਰਾ ਹੈ ਜੇਲ੍ਹ 'ਚ। ਸਾਨੂੰ ਡਰ ਹੈ ਕਿ ਉਹਨਾਂ ਤੇ ਕੁਝ ਪਲਾਂਟ ਕਰ ਦਿਆ ਜਾਏਗਾ, ਹੋਰ ਕੋਈ ਨਵੀਂ FIR ਉਹਨਾਂ ਤੇ ਫਾਈਲ ਕਰਦੀ ਜਾਊਗੀ। ਅੱਜ ਗੁਨੀਵ ਨੂੰ ਤਾਂ ਮੈਨੂੰ ਇਸ ਗੱਲ ਦਾ ਫਿਕਰ ਹੈ ਤੇ ਡਰ ਹੈ ਕਿ ਵਿਕਰਮ ਨੂੰ ਖਤਮ ਕਰਨ ਵਾਸਤੇ ਇਹ ਹਰਪ੍ਰੀਤ ਸਿੱਧੂ ਕੋਈ ਵੀ ਕਦਮ ਚੱਕ ਸਕਦਾ। ਕਿ ਬੀਬਾ ਜੀ ਅੱਜ ਤੁਹਾਨੂੰ ਡਰ ਸਤਾਉਣ ਡੈ ਪਿਆ, ਤੁਹਾਡਾ ਭਰਾ ਜੇਲ੍ਹ 'ਚ ਆ। ਕੀ ਉਹ ਦਿਨ ਤੁਹਾਨੂੰ ਭੁੱਲ ਗਏ ਜਦੋਂ ਤੁਸੀਂ ਪਾਵਰ 'ਚ ਰਹੇ ਸੀ ਤੇ ਤੁਸੀਂ ਪਤਾ ਨਹੀਂ ਕਿੰਨੇ ਨਜਾਇਜ਼ ਮਾਵਾਂ ਦੇ ਪੁੱਤ ਜੇਲ੍ਹਾਂ 'ਚ ਬੰਦ ਕਰਾਏ ਆ। ਅੱਜ ਸਾਰਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ, ਸਾਡੇ ਬੱਚਿਆਂ ਦੇ ਪਿਤਾ ਉੱਥੇ ਹੈ ਨਹੀਂ। ਜਿਹੜਾ ਸਾਡੇ ਤੇ ਗੁਜ਼ਰੀ ਹੈ ਸਾਨੂੰ ਪਤਾ ਹੈ। ਹੁਣ ਸਾਨੂੰ ਡਰ ਹੈ ਕਿ ਹੁਣ ਇਹ ਬੰਦਾ ਕੀ ਕਰੂਗਾ ਸਾਡੇ ਨਾਲ। 2 ਸਾਲ ਮੈਨੂੰ ਇਹਨੇ ਘਰੋਂ ਬਘਾਰ ਮੇਰੇ ਸਾਰੇ ਪਰਿਵਾਰ ਨੂੰ ਕਰਾਇਆ। ਉਹ ਦਿਨ ਇਹਨਾਂ ਨੂੰ ਭੁੱਲ ਗਏ ਜਦੋਂ ਇਹ ਆਪਣੀ ਪਾਵਰ ਲੋਕਾਂ ਤੇ ਵਰਤਦੇ ਸੀ। ਮੰਤਰੀ ਸਾਹਿਬ ਨੇ SSP ਨੂੰ ਫੋਨ ਕੀਤਾ ਕਿ ਮੰਤਰੀ ਸਾਹਿਬ ਨੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਅੱਜ ਆਖਣ ਦੇ ਜੇਲ੍ਹਾਂ 'ਚ ਵੀ ਸਾਨੂੰ ਡਰ ਆ, ਕਹਿੰਦੇ ਆ ਕਿ ਸਾਡੇ ਬੱਚੇ ਰੋ ਰਹੇ। 3 ਮਹੀਨੇ ਅਜੇ ਹੋਏ ਸਾਰੇ। ਮੈਂ 2 ਸਾਲ ਘਰੋਂ ਮੇਰਾ ਸਾਰਾ ਪਰਿਵਾਰ ਘਰ ਰਿਹਾ, ਮੇਰੇ ਬੱਚੇ ਨੂੰ ਪੇਪਰ ਨਹੀਂ ਦੇਣ ਦਿੱਤੇ ਗਏ, ਸੈਂਟਰ 'ਚ ਨਹੀਂ ਜਾਣ ਦਿੱਤਾ ਗਿਆ। ਅੱਜ ਤੇ ਅਜੇ 3 ਮਹੀਨੇ ਹੀ ਹੋਏ ਆ। ਜਿਹੜਾ ਕੁਝ ਉਹਨਾਂ ਦੀ ਮਾਤਾ ਜੀ ਤੇ ਗੁਜ਼ਰ ਰਿਹਾ ਹੈ, ਸਾਡੇ ਬੱਚਿਆਂ ਤੇ ਗੁਜ਼ਰ ਰਿਹਾ ਹੈ, ਉਹ ਸਾਨੂੰ ਪਤਾ ਹੈ। 3 ਮਹੀਨੇ ਹੋ ਗਏ ਨੇ ਉਹਨਾਂ ਦੀ ਮਾਤਾ ਜੀ ਹੋਈ ਜਾ ਰਹੇ ਨੇ, ਕੋਈ ਨਹੀਂ ਸਮਝ ਸਕਦਾ। SSP ਨੂੰ ਫੋਨ ਜਾਂਦਾ ਸੀ ਕਿ ਘਰ ਬਹਿਣ ਨਹੀਂ ਦੇਣਾ, ਫੜਿਓ ਭਾਵੇਂ ਨਾ ਭਜਾਉਣਾ ਜੇ। ਇਹਦੇ ਬੱਚਾ ਬਾਹਰ ਨਹੀਂ ਕਿਤੇ ਕੱਲ ਨੂੰ ਸੈਟਲ ਹੋਣਾ ਚਾਹੀਦਾ, ਇਹਨੂੰ ਪੇਪਰ ਨਹੀਂ ਜੇ ਦੇਣ ਦੇਣੇ। ਮੰਤਰੀ ਸਾਹਿਬ ਨੇ ਆਪਣੀ ਮਹਿਸੂਸ ਕੀਤੀ ਕਿ ਚ ਮੇਰੀ ਹੱਤਕ ਹੈ, ਪਰਚਾ ਕਿਉਂ ਨਹੀਂ ਹੋਇਆ। ਇਹਨਾਂ ਨੇ ਦੁਬਾਰਾ ਆਪਣਾ ਇੱਕ SP ਲਿਆਂਦਾ, SP ਰੈਂਕ ਦੇ ਬੰਦੇ ਨੂੰ ਲਾ ਕੇ ਰਾਤੋਂ ਰਾਤ ਪਿਛਲੀਆਂ 7 ਇਨਕੁਆਰੀਆਂ ਦਾ ਕੋਈ ਮੈਂਸ਼ਨ ਨਹੀਂ ਕੀਤਾ। ਮੇਰੇ ਤੇ ਰਾਤੋਂ ਰਾਤ ਨਵਾਂ ਪਰਚਾ ਕੱਟ ਕੇ ਦੇ ਗਏ, ਮੈਨੂੰ ਪੁਲਿਸ ਮੇਰੇ ਘਰ ਭੇਜਤੀ। 5 ਸਾਲ ਤੁਹਾਡੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਉਦੋਂ ਇਹ ਤੁਸੀਂ ਆਵਾਜ਼ ਨਹੀਂ ਚੁੱਕੀ, ਉਦੋਂ ਤੁਸੀਂ ਗੱਲ ਨਹੀਂ ਚੁੱਕੀ। ਤੇ ਇਹ ਚਾਚੇ ਭਤੀਜੇ ਦੀ ਸਰਕਾਰ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ। ਕੌਣ ਚਾਚਾ ਭਤੀਜਾ? ਚਾਚਾ ਭਤੀਜਾ ਪਤਾ ਹੀ ਹੈ ਸਭ ਨੂੰ ਜੀ, ਕੈਪਟਨ ਅਮਰਿੰਦਰ ਸਿੰਘ ਜੀ ਤੇ ਭਤੀਜਾ ਸਰਦਾਰ ਬਿਕਰਮ ਸਿੰਘ ਮਜੀਠੀਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਬਿਕਰਮ ਗਿੱਲ। ਇੰਨੇ ਦਿਨੀ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚ ਜਾਨ ਨੂੰ ਖਤਰੇ ਦੀਆਂ ਖਬਰਾਂ ਤੁਸੀਂ ਸੁਰਖੀਆਂ ਬਣਦੀਆਂ ਵੇਖੀਆਂ ਹੋਣਗੀਆਂ। ਤੇ ਇਹ ਖਬਰਾਂ ਜਿਹੜੀਆਂ ਨੇ ਇਹ ਕਿਉਂ ਸਾਹਮਣੇ ਆਈਆਂ ਨੇ, ਇਹ ਕਿਵੇਂ ਸਾਹਮਣੇ ਆਈਆਂ ਨੇ, ਇਹ ਵੀ ਤੁਹਾਨੂੰ ਦੱਸਾਂਗੇ। ਪਹਿਲੇ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਬੀਬਾ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਗਨੀਵ ਮਜੀਠੀਆ ਗਵਰਨਰ ਨੂੰ ਮਿਲਦੇ ਨੇ ਤੇ ਕਹਿੰਦੇ ਨੇ ਕਿ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ, ਉਹਨਾਂ ਦੇ ਉੱਤੇ ਕਈ ਨਾਜਾਇਜ਼ ਪਰਚੇ ਹੋਰ ਦਰਜ ਹੋ ਜਾਣਗੇ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਲਕਾ ਮਜੀਠਾ ਦੇ ਹੀ ਇੱਕ ਜਿਹੜੇ ਨੇ ਵਿਅਕਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ, ਤੁਹਾਨੂੰ ਸਾਹਮਣੇ ਲਿਆਵਾਂਗੇ। ਉਹਨਾਂ ਨੇ ਇੱਕ ਪੋਸਟ ਪਾਈ ਹੈ ਤੇ ਉਹਦੇ ਵਿੱਚ ਬੜੀਆਂ ਗਰਮ ਗੱਲਾਂ, ਜਿਹੜੀਆਂ ਤੱਤੀਆਂ ਗੱਲਾਂ ਨੇ ਉਹ ਵੀ ਲਿਖੀਆਂ ਨੇ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਬੀਬਾ ਜੀ ਤੁਹਾਡੇ ਭਰਾ ਪਾਵਰ 'ਚ ਸਨ ਤਾਂ ਉਦੋਂ ਮੈਂ 2 ਸਾਲ ਦੀ ਨਜਾਇਜ਼ ਜੇਲ੍ਹ ਕੱਟੀ ਹੈ। ਇਹ ਸਾਰਾ ਮਸਲਾ ਜਿਹੜਾ ਹੈ ਉਹ ਜਦੋਂ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਾਂ। ਪੁੱਛ ਲੈਂਦੇ ਹਾਂ ਪਹਿਲੇ ਭਾਜੀ, ਪਹਿਲੇ ਤਾਂ ਆਪਣਾ ਨਾਮ ਦੱਸ ਦਿਓ ਤੇ ਪਿੰਡ ਦਾ ਨਾਮ, ਜਿੱਥੇ ਇਲਾਕੇ ਦਾ ਨਾਮ ਦੱਸ ਦਿਓ। ਮੇਰਾ ਪੂਰਾ ਨਾਮ ਪਲਵਿੰਦਰ ਸਿੰਘ ਹੈ ਜੀ, ਮੈਂ ਮਜੀਠੇ ਇਲਾਕੇ ਨੂੰ ਬਿਲੋਂਗ ਕਰਦਾ, ਪ੍ਰੋਪਰ ਮਜੀਠੇ ਨੂੰ। ਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਬੀਬਾ ਜੀ ਅੱਜ ਤੁਹਾਨੂੰ ਡਰ ਸਤਾਉਣ ਡੈ ਪਿਆ, ਤੁਹਾਡਾ ਭਰਾ ਜੇਲ੍ਹ 'ਚ ਆ। ਕੀ ਉਹ ਦਿਨ ਤੁਹਾਨੂੰ ਭੁੱਲ ਗਏ ਜਦੋਂ ਤੁਸੀਂ ਪਾਵਰ 'ਚ ਰਹੇ ਸੀ ਤੇ ਤੁਸੀਂ ਪਤਾ ਨਹੀਂ ਕਿੰਨੇ ਨਜਾਇਜ਼ ਮਾਵਾਂ ਦੇ ਪੁੱਤ ਜੇਲ੍ਹਾਂ 'ਚ ਬੰਦ ਕਰਾਏ ਆ। ਮੈਂ ਖੁਦ
ਮੇਰੇ ਤੇ ਨਜਾਇਜ਼ ਪਰਚਾ ਕਰਾਇਆ, ਜਦ ਕਿ ਮੈਂ ਕਿਸੇ ਕੋਲ ਚੈੱਕ ਤੇ ਪੈਸੇ ਲੈਣੇ ਸੀ। ਉਹ ਮੇਰੇ ਤੇ ਪ੍ਰੈਸ਼ਰ ਪਾਉਣ ਨੂੰ ਕਿ ਚੈੱਕ ਵਾਪਸ ਲੈ ਲੇ। ਨਜਾਇਜ਼ ਪਰਚਾ ਮੈਂ ਆਪਣੀ ਥਾਂ ਵਲੰਡਿਆਂ, ਜਿਹਦੇ ਵਿੱਚ ਮੇਰੇ ਤੇ ਆ ਕੇ ਨਜਾਇਜ਼ ਪਰਚਾ ਕਰਾਇਆ। 2 ਸਾਲ ਮੈਨੂੰ ਇਹਨੇ ਘਰੋਂ ਬਘਾਰ ਮੇਰੇ ਸਾਰੇ ਪਰਿਵਾਰ ਨੂੰ ਕਰਾਇਆ। ਉਹ ਦਿਨ ਇਹਨਾਂ ਨੂੰ ਭੁੱਲ ਗਏ ਜਦੋਂ ਇਹ ਆਪਣੀ ਪਾਵਰ ਲੋਕਾਂ ਤੇ ਵਰਤਦੇ ਸੀ। ਪਲਵਿੰਦਰ ਸਿੰਘ ਪਾਲੀ ਜੀ, ਜਿਹੜੀ ਕੱਲ ਪੋਸਟ ਅਸੀਂ ਦੇਖੀ ਹੈ ਤੁਹਾਡੀ, ਉਹਦੇ ਵਿੱਚ ਤੁਸੀਂ ਪਰਚਿਆਂ ਦੀ ਗੱਲ ਕੀਤੀ ਆ। ਇਹ ਸਿੱਧੇ ਤੁਸੀਂ ਆਰੋਪ ਵੀ ਲਗਾਏ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਜਿਹੜਾ ਸੀਗਾ ਇਹ ਧੱਕਾ ਕੀਤਾ ਸੀ ਤੁਹਾਡੇ ਨਾਲ। ਇਹ ਕਿਵੇਂ ਤੇ ਕਿੱਦਾਂ ਤੁਹਾਡੇ ਨਾਲ ਰੰਜਿਸ਼ ਸੀ? ਕਿਉਂ ਇਹ ਸਾਰੀ ਸ਼ੁਰੂਆਤ ਹੋਈ? ਮਜੀਠੀਆ ਸਾਹਿਬ ਦੇ ਨਾਲ ਤੁਹਾਡਾ ਕੀ ਜਿਹੜੀ ਰੰਜਿਸ਼ ਕੀ ਸੀ ਜਿਹੜੀ ਉਹਨਾਂ ਨੇ ਪਰਚਾ ਤੁਹਾਡੇ ਤੇ ਦਰਜ ਕਰਵਾਏ ਨੇ? ਰੰਜਿਸ਼ ਇਹ ਹੈ ਜੀ, ਮੈਂ ਕਾਂਗਰਸ ਮਜੀਠੀਓਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੀ ਜਿਹੜੇ ਟਿਕਟ ਲੜੇ MLA ਦੀ 2-3 ਵਾਰ, ਮੈਂ ਉਹਨਾਂ ਦਾ ਸਪੋਰਟਰ ਸੀ, ਇੱਕ ਸਪੋਰਟਰ। ਇਸ ਕਰਕੇ ਮੈਂ ਜਿਸ ਪਾਰਟੀ ਨਾਲ ਮੇਰਾ ਕੋਈ ਲੈਣ ਦੇਣ ਸੀ, ਇਹਨਾਂ ਨੇ ਮੇਰਾ ਇੱਕ ਕਾਂਗਰਸ ਸਪੋਰਟਰ ਵੀ MLA ਲਾਲੀ, ਉਹਦਾ ਲਾਲੀ ਦੇ ਮਤਲਬ ਸਪੋਰਟਰ ਆ। ਇਸ ਕਰਕੇ ਇਹਨਾਂ ਨੇ ਮੇਰੇ ਨਾਲ ਇਹ ਰੰਜਿਸ਼ ਕੱਢੀ ਆ। ਔਰ ਮੈਂ ਉਲਟਾ ਜਿਹੜੇ ਪੈਸੇ ਲੈਣੇ ਆ, ਇਹਨਾਂ ਨੇ ਮੇਰੇ ਤੇ FIR ਦਾ ਪ੍ਰੈਸ਼ਰ ਪਵਾ ਕੇ ਉਹ ਚੈੱਕ ਵਾਪਸ ਲਵਾਉਣ ਨੂੰ ਮੈਨੂੰ ਦਬਾਅ ਪਾਇਆ ਗਿਆ। ਔਰ ਸਿਰਫ ਮੇਰੇ ਨਾਲ ਸਿਰਫ ਤੇ ਸਿਰਫ ਇਹ ਰੰਜਿਸ਼ ਸਾਰੀ ਇਸ ਕਰਕੇ ਸੀ ਕਿ ਮੈਂ ਕਾਂਗਰਸ ਦਾ ਸਪੋਰਟਰ ਆ, ਇਹ ਅਕਾਲੀ ਦਲ ਸੀ। ਹੁਣ ਤੱਕ ਕਿੰਨੇ ਪਰਚੇ ਜਿਹੜੇ ਦਰਜ ਨੇ ਤੁਹਾਡੇ ਤੇ ਕਿਸ ਤਰੀਕੇ ਨਾਲ ਪਰਚੇ ਦਰਜ ਹੋਏ ਨੇ? ਕਿਸ ਤਰੀਕੇ ਨਾਲ ਧੱਕਾ ਕੀਤਾ ਗਿਆ? ਜਿਵੇਂ ਤੁਸੀਂ ਪੋਸਟ 'ਚ ਬਹੁਤ ਕੁਝ ਲਿਖਿਆ ਕਿ ਮੇਰੇ ਨਾਲ ਬੜਾ ਧੱਕਾ ਕੀਤਾ ਗਿਆ, ਨਜਾਇਜ਼ ਜਿਹੜਾ ਹੈ ਮੇਰੀ ਇਨਕੁਆਇਰੀ ਹੋਣ ਦੇ ਬਾਵਜੂਦ ਵੀ ਮੇਰੇ ਤੇ ਪਰਚੇ ਦਰਜ ਕਰਵਾਏ ਗਏ, ਪੋਸਟ ਦੇ ਵਿੱਚ ਲਿਖਿਆ। ਇਹ ਕੀ ਕਹਿਣਾ ਚਾਹੁੰਦੇ? ਵੇਖੋ ਜੀ, ਪਰਚੇ ਤੇ ਮੇਰੇ ਤੇ 3-4 ਨਜਾਇਜ਼ ਕਰਾਏ ਇਹਨਾਂ ਨੇ, ਪਰ ਜਿਹੜਾ ਮੈਂ ਕੱਲ ਪੋਸਟ ਜਿਸ ਪਰਚੇ ਦੀ ਪਾਈ ਆ, ਉਸ ਪਰਚੇ 'ਚ ਤੁਹਾਨੂੰ ਮੈਂ ਦੱਸਿਆ ਕਿ ਵਿਦ ਪ੍ਰੂਫ ਮੇਰਾ ਚੈੱਕ ਦਾ ਲੈਣ ਦੇਣ ਆ। ਮੈਂ 3 ਲੱਖ ਰੁਪਈਆ ਕਿਸੇ ਤੋਂ ਲੈਣਾ ਸੀ, ਉਹ ਮੇਰਾ ਕੋਰਟ 'ਚ ਕੇਸ ਚੱਲ ਰਿਹਾ। ਇਹਨਾਂ ਨੇ ਉਹ ਚੈੱਕ ਵਾਪਸ ਕਰਾਉਣ ਨੂੰ ਮੇਰੇ ਤੇ ਐਪਲੀਕੇਸ਼ਨ, ਇਹਨਾਂ ਦੀ ਹੁਣ ਮੈਂ ਤੁਹਾਨੂੰ ਸਟੋਰੀ ਦੱਸਦਾ ਕਿ ਉਹ ਪਾਰਟੀ ਲੁਧਿਆਣੇ ਦੀ ਆ, ਫਲੋਰਲ ਦੀ। ਇਹਨਾਂ ਦੇ ਵਰਕਰ ਕੁਛ ਵਿੱਚੋਂ ਜਾ ਕੇ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਦਾ ਆਪਸੀ ਕੁਛ ਚੱਲਣ ਡਿਆ, ਇਹਨਾਂ ਦੇ ਵਰਕਰ ਨੇ ਮੰਤਰੀ ਸਾਹਿਬ ਨੂੰ ਜਾ ਕੇ ਮਿਲਾਇਆ ਕਿ ਇਹ ਉਹ ਪੁਆਇੰਟ ਮਿਲ ਗਿਆ ਜੇ ਸਾਨੂੰ ਇੱਕ ਪਲਵਿੰਦਰ ਸਿੰਘ ਦੇ ਵਿਰੁੱਧ ਪਾਲੀ ਦੇ, ਤੇ ਆਪਾਂ ਇਹਨੂੰ ਖਿੱਚੀਏ, ਇਹਨੂੰ ਪਾਲੀ ਨੂੰ ਦੱਸੀਏ। ਉਹ ਸਿਰਫ ਵਰਕਰੀ ਕਰਨ ਦਾ ਮੈਨੂੰ ਜੋ ਵੀ ਨਜਾਇਜ਼ ਜੋ ਵੀ ਦੇਣਾ ਚਾਹੁੰਦੇ ਸੀ ਕਿ ਉਧਰ ਕਿਉਂ ਆ, ਮੈਨੂੰ ਸੁਨੇਹੇ ਵੀ ਆਏ, ਬੜਾ ਕੁਛ ਹੋਇਆ। ਇਹ ਵਰਕਰਾਂ ਨੇ ਜਾ ਕੇ ਜਦੋਂ ਮਿਲਾਇਆ ਤੇ ਮੰਤਰੀ ਸਾਹਿਬ ਨੇ SSP ਨੂੰ ਫੋਨ ਕੀਤਾ ਕਿ ਮੰਤਰੀ ਸਾਹਿਬ ਨੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਅੱਜ ਆਖਣ ਡੇ ਜੇਲ੍ਹਾਂ 'ਚ ਵੀ ਸਾਨੂੰ ਡਰ ਆ। ਤੇ ਜਦੋਂ ਲੋਕਾਂ ਨੂੰ ਅੱਜ ਮੈਡਮ ਬੀਬਾ ਜੀ ਕਹਿੰਦੇ ਆ ਕਿ ਸਾਡੇ ਬੱਚੇ ਰੋ ਰਹੇ, 3 ਮਹੀਨੇ ਅਜੇ ਹੋਏ ਸਾਰੇ। ਮੈਂ 2 ਸਾਲ ਘਰੋਂ ਮੇਰਾ ਸਾਰਾ ਪਰਿਵਾਰ ਘਰ ਰਿਹਾ, ਮੇਰੇ ਬੱਚੇ ਨੂੰ ਪੇਪਰ ਨਹੀਂ ਦੇਣ ਦਿੱਤੇ ਗਏ, ਸੈਂਟਰ 'ਚ ਨਹੀਂ ਜਾਣ ਦਿੱਤਾ ਗਿਆ। ਅੱਜ ਤੇ ਜੇ 3 ਮਹੀਨੇ ਹੀ ਹੋਏ ਆ। ਅੱਜ ਮਾਵਾਂ ਵੀ ਰੋਂਦੀਆਂ, ਸਾਡੀਆਂ ਵੀ ਮਾਵਾਂ ਸੀ, ਸਾਡੇ ਵੀ ਘਰ ਪਰਿਵਾਰ ਸੀ। ਸਿਰਫ SSP ਨੂੰ ਫੋਨ ਜਾਂਦਾ ਸੀ ਕਿ ਘਰ ਬਹਿਣ ਨਹੀਂ ਦੇਣਾ, ਫੜਿਓ ਭਾਵੇਂ ਨਾ ਭਜਾਉਣਾ ਜੇ, ਇਹਦੇ ਬੱਚਾ ਬਾਹਰ ਨਹੀਂ ਕਿਤੇ ਕੱਲ੍ਹ ਨੂੰ ਸੈਟਲ ਹੋਣਾ ਚਾਹੀਦਾ, ਇਹਨੂੰ ਪੇਪਰ ਨਹੀਂ ਜੇ ਦੇਣ ਦੇਣੇ। ਅੱਜ ਉਹ ਗੱਲਾਂ ਭੁੱਲ ਗਈਆਂ, ਅੱਜ ਆਪਣਾ ਦੁੱਖ ਯਾਦ ਆ ਗਿਆ। ਸੋ ਇਸ ਕਰਕੇ ਜਦੋਂ ਇਹਨਾਂ ਨੇ ਦਰਖਾਸਤ ਦਵਾਈ ਮੇਰੇ ਖਿਲਾਫ, 7 ਇਨਕੁਆਰੀਆਂ IG ਲੈਵਲ ਦੀਆਂ ਉੱਚ ਅਫਸਰਾਂ ਦੀਆਂ ਮੇਰੇ ਫੇਵਰ 'ਚ ਮੇਰੇ ਹੱਕ 'ਚ ਹੋਈਆਂ, ਮੈਨੂੰ ਇਨੋਸੈਂਟ ਦਿੱਤਾ ਗਿਆ। ਮੈਨੂੰ ਉਹ ਕਵਰ ਵਿਜੇ ਪ੍ਰਤਾਪ ਜੀ ਨੇ ਐਂਡ ਤੇ ਸੀਨ ਐਂਡ ਫਾਈਲ ਕੀਤੀ ਦਰਖਾਸਤ ਮੇਰੀ। 3 ਸਾਲ ਉਹ ਦਾਖਲੇ ਦਫ਼ਤਰ ਰਹੀ। 3 ਸਾਲ ਦਾਖਲੇ ਦਫ਼ਤਰ ਰਹਿਣ ਦੇ ਬਾਵਜੂਦ ਮੰਤਰੀ ਸਾਹਿਬ ਨੇ ਆਪਣੀ ਮਹਿਸੂਸ ਕੀਤੀ ਕਿ 'ਚ ਮੇਰੀ ਹੱਤਕ ਹੈ, ਪਰਚਾ ਕਿਉਂ ਨਹੀਂ ਹੋਇਆ। ਇਹਨਾਂ ਨੇ ਦੁਬਾਰਾ ਆਪਣਾ ਇੱਕ SP ਲਿਆਂਦਾ, SP ਰੈਂਕ ਦੇ ਬੰਦੇ ਨੂੰ ਲਾ ਕੇ ਰਾਤੋਂ ਰਾਤ ਪਿਛਲੀਆਂ 7 ਇਨਕੁਆਰੀਆਂ ਦਾ ਕੋਈ ਮੈਂਸ਼ਨ ਨਹੀਂ ਕੀਤਾ। ਮੇਰੇ ਤੇ ਰਾਤੋਂ ਰਾਤ ਨਵਾਂ ਪਰਚਾ ਕੱਟ ਕੇ ਦੇ ਗਏ, ਮੈਨੂੰ ਪੁਲਿਸ ਮੇਰੇ ਘਰ ਭੇਜਤੀ, ਜਦ ਕਿ ਪਿਛਲੀਆਂ 7 ਇਨਕੁਆਰੀਆਂ 'ਚ ਮੈਨੂੰ ਇਨੋਸੈਂਟ ਦਿੱਤਾ। ਔਰ 3 ਸਾਲ ਦਾਖਲੇ ਦਫ਼ਤਰ ਮਤਲਬ ਉਹ ਦਰਖਾਸਤ ਜਿਹੜੀ ਉਹ ਦਾਖਲੇ ਦਫ਼ਤਰ ਰਹੀ ਆ। ਭਾਈ ਜਦੋਂ ਫਿਰ ਅਰੈਸਟ ਸਟੇ ਦੇ ਜਿਹੜੇ ਡਾਕੂਮੈਂਟ ਸੀਗੇ ਤੁਸੀਂ ਦੱਸਿਆ ਜਿਵੇਂ ਕਿ SHO ਨੇ ਪਾੜ ਦਿੱਤੇ ਤੇ ਹਾਈ ਕੋਰਟ ਦੇ ਵਿੱਚ ਰਿਕਾਰਡ ਨਹੀਂ ਪੇਸ਼ ਕੀਤਾ, ਫਿਰ ਤੁਹਾਡਾ ਕਿੱਦਾਂ ਬਚਾਅ ਹੋਇਆ? ਕੀ ਅੱਗੇ ਦਾ ਸਿਸਟਮ ਰਿਹਾ? ਤੁਹਾਨੂੰ ਕੀ ਜ਼ਮਾਨਤ ਮਿਲ ਗਈ ਉੱਥੋਂ ਕਿ ਨਹੀਂ? ਨਹੀਂ ਜੀ ਨਹੀਂ, ਮੇਰਾ ਜਦੋਂ ਇਹਨਾਂ ਨੇ ਅਰੈਸਟ ਦੇ ਕਾਗਜ਼ ਪੜਾ ਤੇ ਮੇਰੀ ਜੱਜ ਸਾਹਿਬ ਨੇ ਜ਼ਮਾਨਤ, ਫਿਰ ਉਹਨਾਂ ਪੁਲਿਸ ਦਾ ਰਿਕਾਰਡ ਮੁਤਾਬਕ ਹੀ ਚੱਲਣਾ ਸੀ, ਉਹਨਾਂ ਨੇ ਮੇਰੀ ਜ਼ਮਾਨਤ ਜਿਹੜੀ ਕੀਤੀ ਸੀ ਉਹ ਡਿਸਮਿਸ ਕਰਤੀ, ਜਿਹੜਾ ਅਰੈਸਟ ਕੀਤਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹਨਾਂ ਨੇ 2 ਸਾਲ ਮੈਂ SHO ਸਾਹਿਬ ਦੇ ਪੇਸ਼ ਹੋਣ ਨੂੰ, ਪਰ ਮੈਨੂੰ ਇਹ ਡਰ ਸੀ ਕਿ ਮੇਰੇ 'ਤੇ ਕੋਈ ਚਿੱਟਾ ਜਾਂ ਹੋਰ ਕੋਈ ਪਰਚਾ ਨਾ ਕਰਾ ਦੇਣ। ਮੈਂ ਆਪਣੇ ਤਰੀਕੇ ਦੇ ਨਾਲ SHO ਸਾਹਿਬ ਨੂੰ ਬੜੀ ਵਾਰ ਹੋਇਆ ਕਿ ਮੈਨੂੰ ਪੇਸ਼ ਆਉਣ ਨੂੰ ਮੈਂ ਤਿਆਰ ਆ, ਪਰ ਮੈਨੂੰ ਨਾਲ ਇਹ ਵੀ ਡਰ ਸਤਾਉਂਦਾ ਸੀ ਕਿ ਇਹ ਚਿੱਟਾ ਨਾ ਪਾਉਣ, ਹੋਰ ਜੋ ਮਰਜ਼ੀ ਕਰਾ ਦੇਣ। ਉਹਦੇ ਵਿੱਚ ਫਿਰ ਮੈਂ ਕੋਰਟ ਦਾ ਸਹਾਰਾ ਲਿਆ। ਫਿਰ ਮੈਂ 2 ਸਾਲ ਇਹਨਾਂ ਨੇ ਮੈਨੂੰ ਜਦੋਂ ਵੀ ਮੈਂ ਜਾਂਦਾ ਹਾਂ ਉੱਥੇ ਮਤਲਬ ਕਰਨ ਦੀ ਥਾਂ ਜਾਂ ਕਿਸੇ ਵੀ ਅਫਸਰ ਨੂੰ ਇਹਨਾਂ ਮੈਨੂੰ PO ਦੀ ਕਾਰਵਾਈ ਸ਼ੁਰੂ ਕਰਤੀ
ਉਹਦੇ ਵਿੱਚ ਇਹਨਾਂ ਮੈਨੂੰ ਪੀਓ ਕਰਤਾ। 2 ਸਾਲ ਪੀਓ ਤੁਹਾਨੂੰ ਦੱਸਿਆ ਮੈਂ ਰਹਿਣ ਦੇ ਬਾਵਜੂਦ, ਘਰੋਂ ਬਘਾਰ ਸਾਰਾ ਪਰਿਵਾਰ ਇਹਨਾਂ ਸਾਡਾ ਘਰ ਛੱਡਿਆ। 2 ਸਾਲ ਅਸੀਂ ਘਰੋਂ ਬਘਾਰ ਰਹਿਣ ਦੇ ਬਾਵਜੂਦ ਪੀਓ ਹੋਣ ਤੋਂ ਬਾਅਦ ਮੈਂ ਜਾ ਕੇ ਕੋਰਟ ਦਾ ਫੇਰ ਸਹਾਰਾ ਲਿਆ ਤੇ ਕੋਰਟ 'ਚ ਜਾ ਕੇ ਮੈਂ ਪੇਸ਼ ਹੋਇਆ। ਕੋਰਟ 'ਚ ਜਾ ਕੇ ਮੈਂ ਸਿਲੰਡਰ ਕਰਕੇ ਫਿਰ ਮੈਂ 7 ਮਹੀਨੇ ਜੇਲ੍ਹ ਕੱਟੀ ਨਜਾਇਜ਼। 7 ਮਹੀਨਿਆਂ ਬਾਅਦ ਮੇਰੀ ਪੀਓ ਹੋਣ ਕਰਕੇ 7 ਮਹੀਨਿਆਂ ਬਾਅਦ ਜ਼ਮਾਨਤ ਨਾ ਹੁੰਦੀ। ਇਨ ਬਿਟਵੀਨ ਪਰਿਵਾਰ ਨੂੰ ਕਿੱਦਾਂ ਦੀ ਤਕਲੀਫ ਹੋਈ, ਕਿੱਦਾਂ ਦਾ ਤੁਹਾਨੂੰ ਸਾਰਾ ਦੇਖਿਆ ਗਿਆ, ਕਿੱਦਾਂ ਦੇ ਮਾਹੌਲ ਵੇਖਣਾ ਪਿਆ ਜਦੋਂ ਤੁਸੀਂ ਪੀਓ ਰਹੇ? ਪਰਿਵਾਰ ਚਲੋ ਵੈਸੇ ਇਹ ਗੱਲਾਂ ਕਰਨੀਆਂ ਬਣਦੀਆਂ ਨਹੀਂ ਜੀ, ਚਲੋ ਜਦੋਂ ਸੰਤਾਪ ਹੰਢਾਇਆ ਸਾਰਿਆਂ, ਪਰ ਉਹਦੇ ਨਾਲ ਅੱਜ ਮੈਨੂੰ ਜਿਹੜੀ ਗੱਲ ਦਾ ਸੁਣ ਕੇ ਸਾਰਾ ਮੇਰਾ ਦੁੱਖ ਵੀ ਜਾਗਿਆ ਕਿ ਬੀਬਾ ਜੀ ਕਹਿੰਦੇ ਮੇਰੇ ਬੱਚੇ ਰੋਂਦੇ, ਮਾਤਾ ਵੀ ਰੋਂਦੇ ਆ। ਮੇਰੇ ਪਰਿਵਾਰ ਨੂੰ ਵੀ ਮਗਰੋਂ ਇਹੋ ਜਿਹੀ ਬਿਮਾਰੀ ਲੱਗ ਗਈ ਸਿਰਫ ਟੈਨਸ਼ਨ ਨਾਲ ਕਿ ਜਿਹੜੀ ਮੈਂ ਹੁਣ ਮੀਡੀਆ 'ਤੇ ਕੀ ਕਹਿਣਾ ਵਾ, ਸ਼ੂਗਰ ਹੋ ਗਈ, RTI ਬਲੌਕ ਹੋ ਗਈ, ਇਹ ਟੈਨਸ਼ਨਾਂ ਹੀ ਹੁੰਦੀਆਂ ਵਾ। ਮੈਂ ਇਹੋ ਹੀ ਤਾਂ ਕਹਿਣਾ ਚਾਹੁੰਦਾ ਕਿ ਬੀਬਾ ਜੀ ਜਦੋਂ ਆਪਾਂ ਲੋਕਾਂ ਨੂੰ ਟੈਨਸ਼ਨਾਂ ਦਿੱਤੀਆਂ ਤਾਂ ਫਿਰ ਅੱਜ ਐਡੀ ਛੇਤੀ ਕੀ ਹੋ ਗਿਆ ਵਾ? ਅੱਜ ਉਹੀ ਚੀਜ਼ ਆ ਜੋ ਲੋਕਾਂ ਹੰਢਾਇਆ, ਉਹੀ ਰੱਬ ਤੁਹਾਨੂੰ ਅੱਗੇ ਆਉਣ ਡਿਆ। ਕੋਈ ਗੱਲ ਨਹੀਂ, ਮਰਦਾਂ ਕੋਲ ਦਲੇਰੀ ਕਰੋ ਮੁਕਾਬਲਾ ਕਰੋ ਮਰਦਾਂ ਕੋਲ। ਪਾਲੀ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਕਾਂਗਰਸ ਦੇ ਸਪੋਰਟਰ ਰਹੇ, ਕਾਂਗਰਸ ਦੇ ਜਿਹੜੇ MLA ਕੈਂਡੀਡੇਟ ਸੀਗੇ ਉਹਨਾਂ ਦੇ ਸਪੋਰਟਰ ਰਹੇ, ਤੇ 5 ਸਾਲ ਤੁਹਾਡੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਉਦੋਂ ਇਹ ਤੁਸੀਂ ਆਵਾਜ਼ ਨਹੀਂ ਚੁੱਕੀ, ਉਦੋਂ ਤੁਸੀਂ ਗੱਲ ਨਹੀਂ ਚੁੱਕੀ, ਤੇ ਅੱਜ ਤੁਸੀਂ ਇਸ ਚੀਜ਼ ਨੂੰ ਜਦੋਂ ਬਿਕਰਮ ਸਿੰਘ ਮਜੀਠੀਆ ਦਾ ਮਸਲਾ ਉੱਠਦਾ ਹੈ, ਉਹਨਾਂ ਦੀ ਸਿਸਟਰ ਤੇ ਉਹਨਾਂ ਦੀ ਵਾਈਫ ਜਿਹੜੀ ਆ ਗਵਰਨਰ ਨੂੰ ਮਿਲਦੇ, ਉਸ ਤੋਂ ਬਾਅਦ ਹੀ ਤੁਸੀਂ ਇਹ ਸਾਰੀ ਗੱਲ ਕਿਉਂ ਚੁੱਕੀ ਹੈ? ਪ੍ਰੈਸ ਰਿਪੋਰਟਰ ਸਾਹਿਬ, ਪਿਛਲੇ 5 ਸਾਲ ਤੁਹਾਨੂੰ ਬੜੀ ਚੰਗੀ ਤਰ੍ਹਾਂ ਭਲੀ ਭਾਂਤ ਸਾਰੇ ਜਾਣਦੇ ਜੇ ਕਿ ਚਾਚੇ ਭਤੀਜੇ ਦੀ ਸਰਕਾਰ ਸੀ, ਸੁਣਵਾਈ ਕਿੱਥੇ ਸੀ? ਕੌਣ ਆਵਾਜ਼ ਸੁਣਦਾ ਸੀ? ਆਹ ਤੇ ਸਾਨੂੰ ਕੋਰਟਾਂ ਤੋਂ ਵਿਸ਼ਵਾਸ ਆ ਤੇ ਕੋਰਟਾਂ 'ਚੋਂ ਅਸੀਂ 22 ਤੇ ਬਰੀ ਹੋ ਰਹੇ ਆ, ਤੇ ਇਹ ਜਿਹੜਾ ਮੇਰਾ ਚੈੱਕ ਦਾ ਕੇਸ ਆ ਉਹ ਵੀ ਕੋਰਟ 'ਚ ਹੀ ਆ, ਤਾਂ ਮੈਨੂੰ ਵਿਸ਼ਵਾਸ ਆ। ਬਾਕੀ ਅੱਜ 11 ਸਾਲ ਹੋ ਗਏ ਆ, ਜਿਹਦੀਆਂ ਮੇਰੀਆਂ 7 IG ਲੈਵਲ ਤੁਹਾਨੂੰ ਦੱਸਿਆ ਇਨਕੁਆਇਰੀਆਂ ਹੋਈਆਂ, ਉਹਦੇ ਲਈ ਮੈਂ ਨਜਾਇਜ਼ ਤਰੀਕਾਂ ਭੁਗਤ ਰਿਹਾ। ਇਹ ਚਾਚੇ ਭਤੀਜੇ ਦੀ ਸਰਕਾਰ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ। ਕੌਣ ਚਾਚਾ ਭਤੀਜਾ? ਚਾਚਾ ਭਤੀਜਾ ਪਤਾ ਹੀ ਆ ਸਭ ਨੂੰ ਜੀ, ਕੈਪਟਨ ਅਮਰਿੰਦਰ ਸਿੰਘ ਜੀ ਤੇ ਭਤੀਜਾ ਸਰਦਾਰ ਬਿਕਰਮ ਸਿੰਘ ਮਜੀਠੀਆ। ਇਹ ਤਾਂ ਵਿਰੋਧੀ ਪਾਰਟੀ ਇੱਕ ਦੂਜੇ ਦੇ ਵਿਰੋਧ ਸੀਗੇ, ਉਹ ਅਕਾਲੀ ਦਲ ਦੇ ਨੇ, ਉਹ ਕਾਂਗਰਸ ਨੇ, ਤੁਹਾਡੀ ਪਾਰਟੀ ਸੀ ਉਹ। ਕਮਾਲ ਹੈ ਜੀ, ਇਹ ਗੱਲ ਦਾ ਕਿਸੇ ਕੋ ਪੜਦਾ ਹੋਵੇ, ਓਲਾ ਹੋਵੇ, ਤੇ ਫਿਰ ਤੇ ਮੈਨੂੰ ਤੁਸੀਂ ਇਹ ਸਵਾਲ ਕਰੋ। ਇਹ ਤਾਂ ਸਭ ਨੂੰ ਹੀ ਪਤਾ ਜੀ, ਸਰਕਾਰ ਰਲੀ ਤੇ 5 ਸਾਲ ਰਲੀਆਂ ਹੀ ਚੱਲੀਆਂ, ਕਿਹਨੂੰ ਨਹੀਂ ਪਤਾ? ਇਹਦੇ ਬੱਚੇ ਨੂੰ ਪਤਾ ਜੀ। ਉਸ ਤੋਂ ਬਾਅਦ 3 ਮਹੀਨੇ ਚੰਨੀ ਸਰਕਾਰ ਵੀ ਰਹੀ, ਉਦੋਂ ਕਿਉਂ ਨਹੀਂ ਚੁੱਕੀ ਗੱਲ? ਕਿਉਂਕਿ ਚਲੋ ਕੈਪਟਨ ਸਾਹਿਬ ਦੀ ਰਲੀ ਭੁਗਤ ਸੀਗੀ, ਚੰਨੀ ਸਰਕਾਰ ਰਹੀ ਆ, ਉਸ ਤੋਂ ਬਾਅਦ ਨਹੀਂ, ਚੰਨੀ ਸਰਕਾਰ ਦੀ ਸਰਕਾਰ ਰਹੀ ਹੈ ਜੀ 3 ਮੈਂ ਤੁਹਾਨੂੰ ਦੱਸਿਆ, ਹੁਣ ਮੇਰਾ ਕੋਰਟ 'ਚ ਕੇਸ ਚੱਲ ਰਿਹਾ। 3 ਮੰਥ ਜਿਹੜੀ ਸਰਕਾਰ ਰਹੀ ਆ, ਮੇਰਾ ਕੋਰਟ 'ਚ ਕੇਸ ਚੱਲ ਰਿਹਾ। ਹੁਣ ਕੋਰਟ 'ਚ ਕੇਸ ਦੇ ਦੇਣ ਵਾਸਤੇ ਤਾਂ ਮੈਂ ਕਹਿ ਹੀ ਨਹੀਂ ਸਕਦਾ। ਇਹ ਤਾਂ ਕੱਲ੍ਹ ਬੀਬਾ ਜੀ ਨੂੰ ਦੁੱਖ ਜਿਹੜਾ ਲੱਗਾ ਨਾ ਜ਼ਿਆਦਾ ਕਿ ਮੇਰੇ ਭਰਾ ਨੂੰ ਵੇਖੋ ਜੀ ਅੰਦਰ ਦੇਤਾ ਜੇ, ਮੈਂ ਇਹੀ ਦੱਸਣਾ ਚਾਹਿਆ ਕਿ ਤੁਸੀਂ 2 ਸਾਲ ਮੈਨੂੰ PO ਕਰਾ ਛੱਡਿਆ। ਔਰ ਸਭ ਤੋਂ ਵੱਡੀ ਗੱਲ, ਸੱਚ ਇੱਕ ਪੁਆਇੰਟ ਦੀ ਗੱਲ ਤੁਹਾਨੂੰ ਮੈਂ ਦੱਸਾਂ, ਮੇਰਾ ਜਦੋਂ ਇਹਨਾਂ ਨੇ ਪਰਚਾ ਕਰਾਤਾ 7 ਇਨਕੁਆਰੀਆਂ ਦੇ ਬਾਵਜੂਦ ਵੀ, ਇੱਕ ਆਪਣਾ SP ਲੈਵਲ ਦਾ ਬੰਦਾ ਲਿਆ ਕੇ ਮੈਂ ਹਾਈ ਕੋਰਟ ਚਲੇ ਗਿਆ। ਹਾਈ ਕੋਰਟ ਨੇ ਮੈਨੂੰ ਮੇਰੀਆਂ ਇਨਕੁਆਰੀਆਂ ਦੇ ਆਧਾਰ ਤੇ ਕਿ ਇਨੋਸੈਂਟ ਦਿੱਤਾ, ਮੈਨੂੰ ਅਰੈਸਟ ਇਹ ਕਰਤਾ ਕਿ 15 ਦਿਨਾਂ 'ਚ ਸ਼ਾਮਲੇ ਤਫਤੀਸ਼ ਹੋ ਜਾ ਕੇ। ਮੈਂ ਆ ਕੇ ਉੱਥੋਂ ਰੈਸਟੇ ਲੈ ਕੇ ਕੋਰਟ ਇੱਥੇ ਥਾਣੇ ਗਿਆ ਜਿੱਥੇ ਪਰਚਾ ਕੀਤਾ ਸੀ ਇਹਨਾਂ ਨੇ, ਰਣਜੀਤ ਐਵਨਿਊ। ਮੈਂ ਉੱਥੇ ਜਾ ਕੇ ਉਹਨਾਂ ਨੂੰ ਆਪਣੀ ਜਿਹੜੀ ਰੈਸਟੇ ਹੋਇਆ ਉਹ ਆਰਡਰ ਦਿੱਤੇ ਜੱਜ ਸਾਹਿਬ ਦੇ, ਤੇ ਆਪਣਾ ਸ਼ਾਮਲੇ ਤਫਤੀਸ਼ ਹੋ ਗਿਆ। 15 ਦਿਨ ਦਾ ਟਾਈਮ ਸੀ, 10 ਦਿਨ 11 ਦਿਨ ਮਤਲਬ ਉਹ ਲੰਘ ਗਏ। ਮੈਂ ਸ਼ਾਮਲੇ ਤਫਤੀਸ਼ ਘਰ 2-4 ਦਿਨ ਬੈਠਾ ਆਪਣੇ। ਜਿੱਦਣ ਮੈਂ 14ਵੇਂ ਦਿਨ ਇਹਨਾਂ ਨੇ ਰਿਕਾਰਡ ਲੈ ਕੇ ਜਾਣਾ ਸੀ, ਇਹਨਾਂ ਨੇ SHO ਨੂੰ ਦਬਕਾ ਮਾਰਿਆ। SHO ਨੇ ਜਾ ਕੇ ਰਿਕਾਰਡ ਨਹੀਂ ਪੇਸ਼ ਕੀਤਾ, ਤੇ ਮੇਰੇ ਜਿਹੜੇ ਤੁਸੀਂ ਮੈਨੂੰ ਇਹ ਦੱਸੋ, ਪੜ੍ਹਿਆ ਲਿਖਿਆ ਇੱਕ ਬੰਦਾ ਜਿਹੜਾ ਵਾ, ਕਦੀ ਇਹ ਹੋ ਸਕਦਾ ਉਹਨੂੰ ਹਾਈ ਕੋਰਟ ਨੇ ਬੇਲ ਅਰੈਸਟ ਦਿੱਤਾ ਹੋਵੇ, ਏਡੀ ਤਗੜੀ ਉਹਦੀ ਮੱਤ ਹੋ ਜਾਂਦੀ ਆ ਘਰ ਬਹਿਣ ਦੀ, ਤੇ ਉਹ ਜਾ ਕੇ ਥਾਣੇ ਪੇਸ਼ ਨਹੀਂ ਹੋਊਗਾ? ਉਹ ਇਹ ਤਾਂ ਇੱਕ ਅਨਪੜ੍ਹ ਬੰਦਾ ਵੀ ਸੋਚਦਾ ਕਿ ਇਹ 'ਚ ਮੇਰਾ ਹੀ ਭਲਾ। ਮੇਰੀ ਰੈਸਟ ਬੇਲ ਜਿਹੜੇ ਰੈਸਟ ਇਹਦੇ ਪੇਪਰ ਸੀ ਉਹ SHO ਨੂੰ ਦਬਕਾ ਮਾਰ ਕੇ ਪੜਾ ਦਿੱਤੇ ਗਏ, ਤੇ ਜਾ ਕੇ ਰਿਕਾਰਡ ਪੇਸ਼ ਕਰਾਤਾ ਜੀ ਇਹ ਸਾਡੇ ਕੋਲ ਥਾਣੇ ਪੇਸ਼ ਹੀ ਨਹੀਂ ਹੋਇਆ। ਜੇ SHO ਸਾਹਿਬ ਨੂੰ ਪੁੱਛਿਆ ਤੇ SHO ਸਾਹਿਬ ਨੇ ਮੇਰਾ ਫੋਨ ਬੰਦ ਕਰਤਾ ਅੱਗੋਂ। ਹੁਣ ਤੁਹਾਡਾ ਜਿਹੜੇ ਕੇਸ ਨੇ ਉਹ ਕਿੱਥੋਂ ਤੱਕ ਸਟੈਂਡ ਕਰ ਰਹੇ? ਕੀ ਤੁਹਾਨੂੰ ਉਹਦਾ ਇਨਸਾਫ ਮਿਲ ਰਿਹਾ? ਨਹੀਂ ਜੀ, ਅਜੇ ਕੋਈ ਇਨਸਾਫ ਨਹੀਂ। 11 ਸਾਲ ਹੋ ਗਏ ਆ। ਜਿਹੜੀ ਬਹਿਸ ਹੋਈ ਆ ਉਹ ਸਾਰੀਆਂ ਫੇਵਰ 'ਚ ਆ, ਉਹ 'ਤੇ ਜਿਹੜੀਆਂ ਇਨਕੁਆਰੀਆਂ ਇੰਨੀਆਂ, ਸਾਡੇ ਫਸਟ ਸ਼ਾਇਦ FIR ਦਾ ਮਤਲਬ ਤੁਸੀਂ ਜਾਣਦੇ ਹੋ, ਫਸਟ ਇਨਫੋਰਮੇਸ਼ਨ ਇਜ਼ ਲਾਸਟ, ਉਹ 'ਤੇ ਹੋਣਾ ਤੇ ਮੈਂ ਬਰੀ ਆ। ਮੈਨੂੰ 11 ਸਾਲ ਪਰ ਹੋ ਗਿਆ ਨਜਾਇਜ਼ ਤਰੀਕਾਂ ਭੁਗਤਣ ਡਿਆ। ਹੁਣ ਤੁਹਾਡੀ ਕੀ ਡਿਮਾਂਡ ਕੀ ਹੈ, ਤੁਹਾਡੀ ਕੀ ਮੰਗ ਆ? ਕਿਉਂਕਿ ਹੁਣ ਸਰਕਾਰ ਨਾ ਤੇ ਅਕਾਲੀਆਂ ਦੀ ਨਾ ਕਾਂਗਰਸ ਦੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਰਕਾਰ ਤੋਂ ਵੀ ਕੋਈ ਇਨਕੁਆਇਰੀ ਲਗਵਾਉਂਦੇ ਹੋ?
ਮੈਂ ਤਾਂ ਇਹੋ ਚਾਹੁੰਦਾ ਜੀ ਕਿ ਜਿਹੜੇ ਨਜਾਇਜ਼ ਪਰਚੇ ਰਹਿ ਗਏ ਆ ਜਿਹੜੇ ਬੰਦਿਆਂ ਤੇ ਜਾਂ ਹੋਰ ਪਰਚੇ ਮੇਰੇ ਤੋਂ ਇਲਾਵਾ ਵੀ ਕਈ ਵਿਚਾਰੇ ਇਦਾਂ ਦੇ ਆ ਜਿਨ੍ਹਾਂ ਨੇ ਸੰਤਾਪ ਭੋਗਿਆ 2-2 3-3 ਸਾਲ ਘਰੋਂ ਘਰ ਰਹੇ ਆ ਬੱਚੇ ਉਹਨਾਂ ਦੇ ਨਹੀਂ ਪੜ੍ਹ ਸਕੇ ਨਾ ਕੋਈ ਬਾਹਰ ਸੈਟਲ ਹੋ ਸਕਿਆ ਇਸ ਪੀਰੀਅਡ 10 ਸਾਲ 'ਚ ਮੈਂ ਤਾਂ ਇਹਨਾਂ ਸਾਰਿਆਂ ਦੀਆਂ ਇਨਕੁਆਇਰੀਆਂ ਕਰਾਂ ਸਾਡੇ ਜਿਹੜੇ ਐਮਐਲਏ ਜਿਹੜੇ ਨਵੇਂ ਸੀਐਮ ਸਾਹਿਬ ਬਣੇ ਆ ਭਗਵੰਤ ਸਿੰਘ ਜੀ ਮਾਨ ਇਹ ਲੈਣ ਪਰਚਿਆਂ ਦੀਆਂ ਤੇ ਸੱਚ ਦਾ ਸੱਚ ਦੁੱਧ ਦਾ ਦੁੱਧ ਝੂਠ ਦਾ ਝੂਠ ਕਰਨ ਜਿਹੜੇ ਇਹੋ ਜਿਹੇ ਪਰਚੇ ਉਹਨਾਂ ਨੂੰ ਜਿਹੜੇ ਤਰੀਕਾਂ ਭੁਗਤਣ ਦੇ ਸੰਤਾਪ ਅੱਜ ਵੀ 11 ਸਾਲ 16 ਸਾਲ ਹੋ ਗਏ ਆ ਉਹਨਾਂ ਨੂੰ ਕਿਸੇ ਉੱਚ ਅਫਸਰ ਕੋਲ ਕਰਾ ਕੇ ਜਾਂਚ ਤੇ ਕੈਂਸਲ ਹੋਣੇ ਚਾਹੀਦੇ ਸਾਰੇ। ਇੱਕ ਪਲਾਟ ਦੀ ਗੱਲ ਵੀ ਤੁਸੀਂ ਕਹਿ ਰਹੇ ਸੀਗੇ ਕਿ ਪਲਾਟ ਕੋਈ ਉਹ ਕੀ ਪਲਾਟ ਦਾ ਕੀ ਸਿਸਟਮ ਹੈ? ਉਹ ਮੈਂ ਤੁਹਾਨੂੰ ਦੱਸਿਆ ਜੀ ਇਹ ਪਰਚਾ ਕਰਨ ਦਾ ਬਹਾਨਾ ਮੈਂ ਆਪਣੇ ਪਲਾਟ ਦੀਆਂ ਨੀਹਾਂ ਭਰਨ ਡਿਆ ਮੇਰੇ ਕੋਲ ਰਜਿਸਟਰੀ ਆ ਮੇਰੇ ਕੋਲ ਇੰਤਕਾਲ ਆ ਔਰ ਉਸ ਪਲਾਟ ਦੀ ਹੀ ਮੇਰੇ ਤੇ ਪਰਚਾ ਕਰਨ ਡੇ ਵੀ ਤੂੰ ਨਜਾਇਜ਼ ਨੀਹਾਂ ਭਰਨ ਡਿਆ ਰਜਿਸਟਰੀ ਇੰਤਕਾਲ ਮੇਰੇ ਨਾਂ ਤੇ ਆ ਰਿਕਾਰਡ ਦੇ ਵਿੱਚ ਜਿਹੜੀ ਚੀਜ਼ ਬੋਲਦੀ ਉਹ ਤੇ ਝੂਠੀ ਹੋ ਹੀ ਨਹੀਂ ਜਾਣੀ ਇਸ ਲਈ ਇਹ ਪਰਚਾ ਸਿਰਫ ਦਬਾਅ ਬਣਾਉਣ ਨੂੰ ਕਿਹਾ ਸੀ ਕਿ ਚੈੱਕ ਵਾਪਸ ਲੈ ਲੇ ਔਰ ਉਸ ਪਲਾਟ ਦੀ ਜੇ ਕਹਾਣੀ ਮੈਂ ਫਿਰ ਉਹ ਗੱਲ ਆਉਣੀ ਵੀ ਪਰਚੇ ਬੜੇ ਆ ਉਹਦਾ ਵੀ ਇੰਤਕਾਲ ਤੜਵਾਇਆ ਗਿਆ ਸੀ ਮੇਰਾ ਵੀ ਇਹ ਸ਼ਾਇਦ ਕਿਸੇ ਤਰ੍ਹਾਂ ਝੂਠਾ ਹੋ ਜਾਏ ਪਰ ਰੱਬ ਹੈਗਾ ਕਿਤੇ। ਹੁਣ ਬੀਬਾ ਹਰਸਿਮਰਤ ਬਾਦਲ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਤੁਸੀਂ ਕਿਉਂਕਿ ਕੱਲ੍ਹ ਉਹ ਕਹਿੰਦੇ ਕਿ ਉਹਨਾਂ ਦੀ ਜਿਹੜੀ ਆ ਜਾਨ ਨੂੰ ਖਤਰਾ ਹੈ ਹਰਪ੍ਰੀਤ ਸਿੱਧੂ ਉਹਨਾਂ ਨੂੰ ਜਿਹੜਾ ਐਡੀਸ਼ਨਲ ਚਾਰਜ ਦਿੱਤਾ ਗਿਆ ਜੇਲ੍ਹਾਂ ਦਾ ਉਹ ਉਹਨਾਂ ਨੂੰ ਹੋਰ ਪਰਚਿਆਂ ਦਾ ਡਰ ਸਤਾ ਰਿਹਾ ਕਿੱਦਾਂ ਦੇਖਦੇ ਹੋ ਉਹਨੂੰ? ਵੇਖੋ ਜੀ ਜਿਹੜੀ ਜਾਨ ਦੀ ਗੱਲ ਤੁਸੀਂ ਕਰਦੇ ਜੇ ਉਹ ਤਾਂ ਮੈਂ ਵੀ ਨਹੀਂ ਕਹਿੰਦਾ ਕਿਸੇ ਦੀ ਕੋਈ ਜਾਨ ਜਾਵੇ ਪਰ ਜਿਹੜਾ ਪਰਚਿਆਂ ਦਾ ਕਹਿ ਰਹੇ ਨਾ ਡਰ ਆ ਉਹ ਜਿਹਨੇ ਪਾਪ ਕੀਤਾ ਹੁੰਦਾ ਕੋਈ ਉਹਨੂੰ ਸਤਾਉਂਦਾ ਜਦੋਂ ਆਪਾਂ ਲੱਖਾਂ ਮਾਵਾਂ ਦੇ ਪੁੱਤਾਂ ਤੇ ਨਜਾਇਜ਼ ਪਰਚੇ ਕਰਾਏ ਆ ਤੇ ਪ੍ਰਮਾਤਮਾ ਫਿਰ ਵੇਂਦਾ ਜਿਹੜੇ ਰੱਬ ਨੂੰ ਪ੍ਰਮਾਤਮਾ ਨੂੰ ਉਹ ਮੰਨਦੇ ਆ ਉਸੇ ਗੁਰੂ ਮਹਾਰਾਜ ਨੂੰ ਬਾਬੇ ਸ਼ਹੀਦਾਂ ਨੇ ਗੁਰੂ ਰਾਮਦਾਸ ਨੂੰ ਅਸੀਂ ਮੰਨਦੇ ਆ ਸਭ ਦੀ ਉਹ ਸੁਣਦਾ ਵਾ ਅੱਜ ਸਾਨੂੰ ਇੰਨਾ ਕੁ ਨਿਆਂ ਮਿਲ ਗਿਆ ਕਿ ਨਜਾਇਜ਼ ਪਰਚੇ ਦਾ ਜੇ ਕੋਈ ਕਰਾਊ ਕੱਲ੍ਹ ਨੂੰ ਸੋਚੂ ਜ਼ਰੂਰ ਕਿ ਕੱਲ੍ਹ ਨੂੰ ਮੇਰੇ ਤੇ ਟਾਈਮ ਆ ਸਕਦਾ ਇਸ ਲਈ ਬੀਬਾ ਜੀ ਨੂੰ ਡਰ ਸਤਾ ਰਿਹਾ ਪਰ ਇਹ ਵੀ ਵੇਖਣ ਕਿ ਜਿਹੜੇ ਨਜਾਇਜ਼ ਪਰਚੇ ਇੰਨੇ ਲੋਕਾਂ ਦੇ ਕਰਾਏ ਆ ਜਾਂ ਇੰਨੇ ਮਾਵਾਂ ਦੇ ਪੁੱਤ ਸਮੈਕ ਨਾਲ ਮਰ ਗਏ ਆ ਉਹਨਾਂ ਦੀਆਂ ਹਾਵਾਂ ਵੀ ਤੇ ਲੱਗਣੀਆਂ ਨਾ। ਸੋ ਇਹ ਸਨ ਪਲਵਿੰਦਰ ਸਿੰਘ ਪਾਲੀ ਜਿਨ੍ਹਾਂ ਨੇ ਆਪਣੇ ਨਾਲ ਹੋਏ ਧੱਕੇ ਨੂੰ ਜਿਹੜਾ ਦੱਸਿਆ ਹੈ ਪਰ ਇੱਥੇ ਕਿਤੇ ਨਾ ਕਿਤੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜੇ ਸਰਕਾਰਾਂ ਧੱਕਾ ਕਰਦੀਆਂ ਨੇ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਪ੍ਰਸ਼ਾਸਨ ਦੇ ਵਿੱਚ ਆ ਕੇ ਕਈਆਂ ਜ਼ਿੰਦਗੀਆਂ ਨੂੰ ਖਰਾਬ ਕਰਦਾ ਹੈ ਇਹ ਅਕਸਰ ਹੀ ਅਸੀਂ ਸੁਣਦੇ ਰਹਿੰਦੇ ਹਾਂ ਅਤੇ ਇਹ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਹੈ ਉਹ ਨਿਤਾਰਾ ਜ਼ਰੂਰ ਕਰਨਾ ਚਾਹੀਦਾ ਹੈ। ਸੀਐਮ ਭਗਵੰਤ ਸਿੰਘ ਮਾਨ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਜਿੰਨੇ ਵੀ ਪਰਚੇ ਨਜਾਇਜ਼ ਹੋਏ ਨੇ ਇਹਨਾਂ ਸਰਕਾਰਾਂ ਦੇ ਦੌਰਾਨ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਤਾਂ ਜੋ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਦੇ ਜਿਹੜੇ ਭਵਿੱਖ ਨੂੰ ਬਚਾਇਆ ਜਾ ਸਕੇ। ਕੈਮਰਾਮੈਨ ਅਸ਼ਵਨੀ ਦੇ ਨਾਲ ਬਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ।